ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾ ਨਾਲ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੈ ਕੀ ਧੁਨੀ। ਇਹ ਵਿਸਰਾਮ ਵੀ ਇਸੇ ਤਰ੍ਹਾਂ ਹੀ ਦੇਣਾ ਹੈ ਜਿਵੇਂ ਗਿਆਨੀ ਜੀ ਨੇ ਦਿੱਤਾ ਹੈ। ਵਾਰ ਸਲੋਕਾਂ ਨਾਲ। ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਕਿਉਂਕਿ ਇੱਥੇ ਡੰਡੀਆਂ ਵੀ ਨਹੀਂ ਲੱਗੀਆਂ, ਕੋਈ ਵਿਸਰਾਮ ਨਹੀਂ ਲੱਗਾ, ਪਰ ਪਾਠ ਜਦੋਂ ਵੀ ਉਚਾਰਨ ਕਰਨਾ ਹੈ ਇਸੇ ਤਰ੍ਹਾਂ ਕਾਹਲੀ ਨਾਲ ਨੂੰ ਸਲੋਕਾਂ ਨਾਲ ਨਹੀਂ ਜੋੜ ਦੇਣਾ। ਨਾਲ ਸਲੋਕ ਵੀ ਇੱਦਾਂ ਨਹੀਂ ਕਹਿਣਾ, ਵਾਰ ਸਲੋਕਾਂ ਨਾਲ। ਇਹ ਜਿਹੜੀ ਵਾਰ ਹੈ ਸਲੋਕਾਂ ਸਮੇਤ ਹੈ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਕਈ ਵਾਰੀ ਕੀ ਹੁੰਦਾ ਹੈ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਇੱਦਾਂ ਕਰ ਦਿੰਦੇ। ਇੱਦਾਂ ਨਹੀਂ ਕਰਨਾ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਜਿਹੜੇ ਇਸ ਵਾਰ 'ਚ ਸਲੋਕ ਆਉਂਦੇ ਹੈ ਉਹ ਵੀ ਜ਼ਿਆਦਾਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਂਦੇ ਆ। ਗਿਆਨੀ ਜੀ ਨੇ ਅੱਗੇ ਦੱਸਿਆ ਸੀ ਕਿ ਜਿਹੜਾ ਪਹਿਲਾ ਮਹੱਲਾ ਆ ਜਾਂਦਾ ਹੈ ਸ਼ੁਰੂਆਤ ਵਿੱਚ, ਵਾਰ ਮਹੱਲੇ ਪਹਿਲੇ ਕੀ ਜਾਂ ਵਾਰ ਮਹੱਲੇ ਤੀਜੇ ਕੀ ਸੰਕੇਤ ਆਉਂਦਾ, ਉਹਦਾ ਮਤਲਬ ਇਹ ਹੁੰਦਾ ਹੈ ਕਿ ਪੌੜੀਆਂ ਜਿਹੜੀਆਂ ਨੇ ਇਸ ਪਾਤਸ਼ਾਹ ਦੀਆਂ ਆਉਣਗੀਆਂ। ਗੁਰੂ ਨਾਨਕ ਸਾਹਿਬ ਜੀ ਦੇ 3 ਵਾਰਾਂ ਹਨ। 22 ਵਾਰਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਹਨ। ਪਹਿਲੀ ਮਾਝ ਦੀ ਵਾਰ ਹੈ, ਦੂਸਰੀ ਆਸਾ ਦੀ ਵਾਰ ਹੈ, ਤੀਸਰੀ ਮਲਾਰ ਦੀ ਵਾਰ ਹੈ। ਸੋ ਆਸਾ ਜੀ ਦੀ ਵਾਰ ਦਾ ਸੰਕੇਤ ਉਹਨਾਂ ਨੇ ਪਹਿਲਾਂ ਲਿਖ ਦਿੱਤਾ ਹੈ, ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ। ਇਹ ਸਲੋਕਾਂ ਸਮੇਤ ਹੈ। ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਪੌੜੀ ਤਾਂ ਗੁਰੂ ਨਾਨਕ ਸਾਹਿਬ ਦੀ ਹੈ ਹੀ ਨੇ 24। ਜਿਹੜੇ ਸਲੋਕ ਹਨ ਉਹ ਜ਼ਿਆਦਾਤਰ ਸਤਿਗੁਰੂ ਨਾਨਕ ਸਾਹਿਬ ਦੇ ਹਨ। ਜਿਹੜਾ ਜ਼ਿਆਦਾਤਰ ਹੋਵੇ ਉਹਦਾ ਹੀ ਪਹਿਲਾਂ ਸੰਕੇਤ ਦਿੱਤਾ ਗਿਆ ਹੈ। ਵਿੱਚ ਕਿਤੇ ਕਿਤੇ ਸਤਿਗੁਰੂ ਅੰਗਦ ਦੇਵ ਜੀ ਦੇ ਸਲੋਕ ਆਉਂਦੇ ਹਨ, ਪਰ ਮੁੱਖ ਜਿਹੜਾ ਹੈ ਜ਼ਿਆਦਾ ਬਾਣੀ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਦੀ ਹੈ। ਅਤੇ ਟੁੰਡੇ ਅਸ ਰਾਜੈ ਕੀ ਧੁਨੀ। ਇਹ ਸੰਕੇਤ ਜਿਵੇਂ ਗਿਆਨੀ ਜੀ ਨੇ ਇੱਕ ਦਿਨ ਦੱਸਿਆ ਸੀ ਕਿ 9 ਵਾਰਾਂ ਵਿੱਚ ਧੁਨਾਂ ਵੀ ਗੁਰੂ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਸੰਕੇਤ ਕੀਤੀਆਂ ਹੋਈਆਂ, ਜੋ ਸ੍ਰੀ ਕਰਤਾਰਪੁਰ ਸਾਹਿਬ ਵਾਲੇ ਸਰੂਪ ਵਿੱਚ ਵੀ ਦਰਜ ਹਨ। ਜੋ ਅਸ ਰਾਜਾ ਹੋਇਆ ਇਹਦੀ ਕਥਾ ਸੰਖੇਪ ਵਿੱਚ ਅਰਜ ਕਰ ਦਿੰਦੇ ਹਾਂ। ਸਾਰੰਗ ਨਾਮ ਦਾ ਇੱਕ ਰਾਜਾ ਸੀ, ਉਹਦੇ 3 ਪੁੱਤਰ ਸਨ, 2 ਰਾਣੀਆਂ ਸਨ। ਵੱਡੀ ਰਾਣੀ ਦਾ ਪੁੱਤਰ ਸੀਗਾ ਅਸਰਾਜ। ਛੋਟੀ ਰਾਣੀ ਦੇ 2 ਬੇਟੇ ਸਨ, ਖਾਨ ਅਤੇ ਸੁਲਤਾਨ। ਸੋ ਛੋਟੀ ਰਾਣੀ ਨੇ ਆਪਣੇ ਪੁੱਤਰਾਂ ਨੂੰ ਰਾਜ ਦਿਵਾਉਣ ਦੇ ਲਾਲਚ ਨਾਲ ਵੱਡੇ ਪੁੱਤਰ 'ਤੇ ਇਲਜ਼ਾਮ ਲਵਾ ਦਿੱਤਾ ਅਸ ਰਾਜੇ 'ਤੇ ਕਿ ਇਹ ਮੰਦ ਭਾਵਨਾ ਰੱਖਦਾ ਹੈ। ਅਤੇ ਰਾਜੇ ਸਾਰੰਗ ਨੇ ਉਹਦੀਆਂ ਗੱਲਾਂ ਵਿੱਚ ਆ ਕੇ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ। ਕਹਿੰਦੇ ਜਲਾਦਾਂ ਨੇ ਬਾਹਰ ਜਾ ਕੇ ਅਸ ਰਾਜੇ ਦੇ ਦੋਵੇਂ ਹੱਥ ਵੱਢ ਕੇ ਉਹਨੂੰ ਖੂਹ 'ਚ ਸਿੱਟ ਦਿੱਤਾ। ਅਤੇ ਅਸ ਰਾਜਾ ਦਾ ਪਿਤਾ ਜਿਹੜਾ ਸਾਰੰਗ ਸੀ ਉਹਨੂੰ ਆ ਕੇ ਕਹਿ ਦਿੱਤਾ ਵੀ ਅਸੀਂ ਤੇਰੇ ਲੜਕੇ ਨੂੰ ਮਾਰ ਆਏ ਹਾਂ। ਜਿਸ ਖੂਹ 'ਚੋਂ ਡਿੱਗਾ ਹੋਇਆ ਸੀ ਉੱਥੇ ਵਣਜਾਰਿਆਂ ਦੀ ਟੋਲੀ ਪਾਣੀ ਭਰਨ ਆਈ। ਸੋ ਗਿਆਨੀ ਜੀ ਦੱਸ ਰਹੇ ਨੇ ਵੀ ਇਹ ਮਹਾਂਪੁਰਸ਼ ਉੱਥੇ ਗਏ ਆ, ਗਿਆਨੀ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਕਿ ਕਾਲਕਾ ਦੇ ਵਿੱਚ ਜਿਹੜੀ ਇਹ ਕਾਲਕਾ ਸ਼ਹਿਰ ਹੈ ਚੰਡੀਗੜ੍ਹ ਦੇ ਲਾਗੇ, ਉੱਥੇ ਉਹ ਖੂਹ ਵੀ ਮੌਜੂਦ ਹੈ ਜਿਹਦੇ ਵਿੱਚ ਰਾਜੇ ਅਸਰਾਜ ਨੂੰ ਛੱਟਿਆ ਸੀਗਾ। ਅਤੇ ਉੱਥੋਂ ਵਣਜਾਰੇ ਉਹਨੂੰ ਕੱਢ ਕੇ ਲੈ ਗਏ ਅਤੇ ਉਹਦਾ ਇਲਾਜ ਕੀਤਾ। ਹੱਥ ਟੁੰਡੇ ਉਹਦੇ ਠੀਕ ਹੋ ਗਏ, ਪਰ ਹੱਥ ਤਾਂ ਜਿਹੜੇ ਸਨ ਵੱਢੇ ਹੋਏ ਸਨ, ਉਹ ਟੁੰਡ ਉਹਦੇ ਠੀਕ ਹੋ ਗਏ ਅਤੇ ਉਹਨਾਂ ਦੇ ਨਾਲ ਤੁਰਦਾ ਕਈ ਸਾਲ ਕਈ ਮਹੀਨੇ ਘੁੰਮਦਾ ਰਿਹਾ। ਅਚਾਨਕ ਇੱਕ ਦੇਸ਼ ਦਾ ਰਾਜਾ ਚੜ੍ਹਾਈ ਕਰ ਗਿਆ ਅਤੇ ਉਹ ਮਰਨ ਤੋਂ ਪਹਿਲਾਂ ਉਹਦੀ ਔਲਾਦ ਕੋਈ ਨਹੀਂ ਸੀ, ਬੱਚਾ ਕੋਈ ਨਹੀਂ ਸੀ। ਉਹ ਇਹ ਸੰਕੇਤ ਕਰ ਗਿਆ ਵੀ ਤੁਸੀਂ ਮੇਰੇ ਤੋਂ ਪਿੱਛੇ ਰਾਜ ਉਸ ਬੰਦੇ ਨੂੰ ਦੇਣਾ ਹੈ ਜਿਹੜੇ ਹੱਥ ਲੱਗਣ ਨਾਲ ਕਿਲ੍ਹੇ ਦਾ ਦਰਵਾਜ਼ਾ ਆਪੇ ਖੁੱਲ੍ਹ ਜਾਵੇ। ਉਹਨੇ ਸ਼ਹਿਰ ਦਾ ਜਾਂ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਇੱਧਰੋਂ ਇਹ ਟੁੰਡਾ ਲੜਕਾ ਅਸਰਾਜ ਉੱਥੇ ਪਹੁੰਚ ਗਿਆ ਅਤੇ ਇਹਦਾ ਹੱਥ ਲੱਗਣ ਦੇ ਨਾਲ ਤਾਲਾ ਆਪੇ ਖੁੱਲ੍ਹ ਗਿਆ।
ਜਦੋਂ ਤਾਲਾ ਖੁੱਲ੍ਹ ਗਿਆ ਤੇ ਉਹਨਾਂ ਨੇ ਇਹਨੂੰ ਰਾਜਾ ਬਣਾ ਦਿੱਤਾ। ਟੁੰਡਾ ਰਾਜਾ ਮਸ਼ਹੂਰ ਹੋਇਆ, ਉਹਨੂੰ ਟੁੰਡੇਸ ਕਹਿੰਦੇ ਸਨ। ਟੁੰਡੇਸ ਦਾ ਮਤਲਬ ਹੈ ਟੁੰਡਾ ਏਸ਼, ਸੁਆਮੀ ਰਾਜਾ। ਸੋ ਟੁੰਡੇਸ ਆਸ ਰਾਜਾ ਜਿਹੜਾ ਸੀ ਬੜਾ ਪ੍ਰਸਿੱਧ ਹੋਇਆ। ਇਸ ਦਾ ਸਹਿਜੇ ਸਹਿਜੇ ਉਹਦੇ ਪਿਤਾ ਨੂੰ ਪਤਾ ਲੱਗ ਗਿਆ, ਸਾਰੰਗ ਰਾਜੇ ਨੂੰ, ਵੀ ਮੇਰਾ ਪੁੱਤਰ ਜਿਉਂਦਾ ਹੈ ਤੇ ਉਹ ਬੇਕਸੂਰ ਸੀਗਾ। ਮੇਰੀ ਰਾਣੀ ਨੇ ਜਾਂ ਮੇਰੇ ਦੂਸਰੇ ਪੁੱਤਰਾਂ ਨੇ ਮੈਨੂੰ ਭੁਲੇਖਾ ਪਾਇਆ। ਉਹ ਰਾਜੇ ਸਾਰੰਗ ਨੇ ਅਸ ਰਾਜੇ ਨੂੰ ਵਾਪਸ ਆਪਣੇ ਕੋਲ ਸੱਦਿਆ ਵੀ ਬੇਟਾ ਤੂੰ ਇਹ ਰਾਜ ਭਾਗ ਵੀ ਆ ਕੇ ਸਾਂਭ ਲੈ, ਮੇਰੀ ਗਲਤੀ ਮੈਨੂੰ ਮਾਫ ਕਰ ਦੇ। ਉਹਨੇ ਪਛਚਾਤਾਪ ਕੀਤਾ। ਪਰ ਜਿਹੜੇ ਉਹਦੇ ਛੋਟੇ ਲੜਕੇ ਸਨ, ਖਾਨ ਤੇ ਸੁਲਤਾਨ, ਉਹਨਾਂ ਨੇ ਰਾਜੇ ਅਸ ਦੇ ਨਾਲ ਯੁੱਧ ਕਰਨ ਦੀ ਤਿਆਰੀ ਕਰ ਲਈ। ਅਸ ਰਾਜੇ ਦੀ ਤੇ ਖਾਨ ਸੁਲਤਾਨ ਦੀ ਆਪਸ ਵਿੱਚ ਬੜੀ ਗਹਿ-ਗਚ ਲੜਾਈ, ਬੜਾ ਘਮਸਾਨ ਦਾ ਜੰਗ ਹੋਇਆ। ਸੋ ਉਸ ਜੰਗ ਦਾ ਵਰਣਨ ਢਾਡੀਆਂ ਨੇ ਆਪਣੀ ਵਾਰਾਂ ਵਿੱਚ ਕੀਤਾ ਹੈ। ਉਹ ਪੌੜੀ ਵੀ ਦਾਸ ਸਰਵਣ ਕਰਾ ਦਿੰਦਾ ਹੈ। ਜਿਸ ਤਰਜ ਦੇ ਉੱਤੇ ਗੁਰੂ ਸਾਹਿਬ ਜੀ ਇਹ ਪਾਠ ਇੱਥੇ ਉਚਾਰਨ ਕਰਨ ਦਾ ਸਾਨੂੰ ਸੰਕੇਤ ਦੇ ਰਹੇ ਹੈ, ਟੁੰਡੇ ਅਸ ਰਾਜਾ ਕੀ ਧੁਨੀ, ਉਹ ਪੌੜੀ ਇੱਦਾਂ ਸੀ। ਭਵਕਿਆ ਸ਼ੇਰ ਸਰਦੂਲ ਰਾਏ ਰਣ ਮਾਰੂ ਬੱਜੇ, ਸੁਲਤਾਨ ਖਾਨ ਬੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸ ਰਾਜ ਨੂੰ ਪਾਤਸ਼ਾਹੀ ਅਜੇ, ਟਿੱਕਾ ਸਾਰੰਗ ਬਾਪ ਨੇ ਦਿੱਤਾ ਭਰ ਲੱਜੇ, ਫਤਿਹ ਪਾਏ ਅਸ ਰਾਜ ਜੀ ਸਾਹੀ ਪਰ ਸਜੇ। ਸੋ ਇਸ ਤਰਜ ਦੇ ਉੱਤੇ ਮਹਾਰਾਜ ਜੀ ਨੇ ਇਹ ਪੌੜੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰੈ ਪਸਾਓ, ਤੂੰ ਜਾਣੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਇਸ ਤਰਜ ਦੇ ਉੱਤੇ ਮਹਾਰਾਜ ਜੀ ਨੇ ਇਹ ਵਾਰ ਦੀਆਂ ਪੌੜੀਆਂ ਗਾਣ ਦਾ ਸੰਕੇਤ ਕੀਤਾ ਹੈ। ਸੋ ਇਹ ਆਸਾ ਰਾਗ ਤੇ ਭੈਰ ਰਾਗ ਜੋ ਸਵੇਰ ਦੇ ਰਾਗ ਹਨ ਅੰਮ੍ਰਿਤ ਵੇਲੇ ਦੇ, ਉਸ ਵੇਲੇ ਰਾਗੀ ਸਿੰਘ ਮਿਲਾ ਮਿਲਾ ਕੇ ਇਹਦਾ ਕੀਰਤਨ ਕਰਦੇ। ਗੁਰੂ ਘਰ ਦੀ ਪਰੰਪਰਾ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਚਲੀ ਆਉਂਦੀ ਹੈ। ਅੰਮ੍ਰਿਤ ਵੇਲੇ ਆਸਾ ਵਾਰ, ਗੁਰਪ੍ਰਤਾਪ ਸੂਰਜ ਵਿੱਚ ਵੀ ਬਚਨ ਆਉਂਦੇ ਹੈ। ਆਸਾ ਦੀ ਵਾਰ ਦਾ ਕੀਰਤਨ ਅੰਮ੍ਰਿਤ ਵੇਲੇ ਪਹਿਲੀ ਪਾਤਸ਼ਾਹੀ ਜੀ ਤੋਂ ਆਰੰਭ ਹੋਇਆ। ਜਿਵੇਂ ਕੱਲ੍ਹ ਗਿਆਨੀ ਜੀ ਦੱਸ ਰਹੇ ਸਨ ਕਿ ਚੌਥੀ ਪਾਤਸ਼ਾਹੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਛੰਤ ਛਕੇ ਉਚਾਰਨ ਕੀਤੇ। ਉਹ ਗਾਣ ਦੀ ਮਹਾਰਾਜ ਜੀ ਨੇ ਨਾਲ ਮਰਿਆਦਾ ਬਣਾਈ। ਫਿਰ ਪੰਚਮ ਪਾਤਸ਼ਾਹ ਦੇ ਸਮੇਂ, ਛੇਵੇਂ ਪਾਤਸ਼ਾਹ ਦੇ ਸਮੇਂ ਇਹ ਸ਼ਬਦਾਂ ਦੀ ਜਿਹੜੇ ਛਕੇ ਹਨ ਉਹਨਾਂ ਦੇ ਨਾਲ ਮਿਲਦੇ ਜੁਲਦੇ ਭਾਵਾਂ ਵਾਲੇ ਸ਼ਬਦ ਗਾਇਨ ਕਰਕੇ ਕੀਰਤਨ ਕਰਨ ਦੀ ਮਰਿਆਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਉੱਥੇ ਸਭ ਤੋਂ ਲੰਮਾ ਸਮਾਂ 3.5 ਘੰਟੇ ਦੀ ਲਗਭਗ ਆਸਾ ਦੀ ਵਾਰ ਹੁੰਦੀ ਹੈ। ਉਹਦੇ ਵਿੱਚ ਹਰ ਇੱਕ ਛਕੇ ਨਾਲ ਲਗਭਗ ਸ਼ਬਦ ਗਾਇਨ ਕਰਿਆ ਜਾਂਦਾ ਹੈ। ਬਾਕੀ ਸਥਾਨਾਂ 'ਤੇ ਜਿੰਨਾ ਟਾਈਮ ਘੱਟ ਹੁੰਦਾ ਹੈ ਉਹਨਾਂ ਸੰਖੇਪ ਵਿੱਚ ਸ਼ਬਦ ਲਾਉਂਦੇ ਆ। ਕਿਤੇ ਤਾਂ ਇੱਕੋ ਸ਼ਬਦ ਲਾ ਕੇ ਸਾਰੀ ਆਸਾ ਜੀ ਦੀ ਵਾਰ ਤੋਂ ਬਾਅਦ ਅਖੀਰ ਵਿੱਚ ਇੱਕ ਸ਼ਬਦ ਲਾਇਆ ਜਾਂਦਾ। ਪਰ ਛੱਕੇ ਜਿਹੜੇ ਆ ਇਹ ਨਾਲ ਪੜ੍ਹਨ ਦਾ ਵਿਧਾਨ ਹਰ ਜਗ੍ਹਾ 'ਤੇ ਪੱਕਾ ਹੈ, ਮਰਿਆਦਾ ਚੱਲੀ ਹੁੰਦੀ ਹੈ। ਸੋ ਇੱਥੇ ਵਾਰ ਵਿੱਚ ਕਿਉਂਕਿ ਸਾਧ ਸੰਗਤ ਜੀ ਛੰਤ ਨਹੀਂ ਆਉਂਦੇ ਹੁੰਦੇ, ਇਸ ਨਿਯਮ ਨਾਲ ਗੁਰੂ ਸਾਹਿਬ ਨੇ ਵਾਰ ਹੀ ਲਿਖੀ ਹੈ ਅਤੇ ਕੀਰਤਨ ਕਰਨ ਲੱਗਿਆਂ ਛੱਕੇ ਨਾਲ ਆਉਂਦੇ ਹੈ। ਉਹ ਆਪਾਂ ਪਹਿਲਾਂ ਕੱਲ੍ਹ ਪਾਠ 'ਚ ਪੜ੍ਹ ਚੁੱਕੇ ਹਾਂ। ਸੋ ਹੁਣ ਵਾਰ ਆਰੰਭ ਹੋ ਰਹੀ ਹੈ, ਸਰਵਣ ਕਰੀਏ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾ ਨਾਲ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੈ ਕੀ ਧੁਨੀ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦ ਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਮਹੱਲਾ ਦੂਜਾ। ਜੇ 100 ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੋਂਦਿਆਂ,
ਗੁਰ ਬਿਨ ਘੋਰ ਅੰਧਾਰ। ਮਹੱਲਾ ਪਹਿਲਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੈ ਸੁਚੇਤ। ਛੁਟੇ ਤਿਲ ਬੂਆੜ ਜਿਉ, ਸੁਈਏ ਅੰਦਰ ਖੇਤ। ਖੇਤੈ ਅੰਦਰ ਛੁਟਿਆ, ਕਹੋ ਨਾਨਕ ਸਉ ਨਾਹ। ਫਲੀਹ ਫੁਲੀਹ ਬਪੜੇ, ਭੀ ਤਨ ਵਿੱਚ ਸੁਆਹ। ਪੌੜੀ। ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ। ਦੋਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਉ। ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰਹਿ ਪਸਾਉ। ਤੂੰ ਜਾਣ ਹੋਈ ਸਭ ਸੈ, ਦੇ ਲੈਸ ਹੈ ਜਿੰਦ ਕਵਾਉ। ਕਰ ਆਸਣ ਡਿਠੋ ਚਾਉ। ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ। ਸੱਚੇ ਤੇਰੇ ਲੋਹ, ਸੱਚੇ ਆਕਾਰ। ਸੱਚੇ ਤੇਰੇ ਕਰਣੇ, ਸਰਬ ਵਿਚਾਰ। ਸੱਚਾ ਤੇਰਾ ਅਮਰ, ਸੱਚਾ ਦੀਵਾਨ। ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ। ਸੱਚਾ ਤੇਰਾ ਕਰਮ, ਸੱਚਾ ਨੀਸਾਨ। ਸੱਚੇ ਤੁਧ ਆਖ ਹੈ ਲੱਖ ਕਰੋੜ। ਸੱਚੈ ਸਭ ਤਾਣ, ਸੱਚੈ ਸਭ ਜੋਰ। ਸੱਚੀ ਤੇਰੀ ਸਿਫਤ, ਸੱਚੀ ਸਾਲਾਹ। ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚਨ ਕੱਚ। ਸਾਧ ਸੰਗਤ ਜੀ, ਪ੍ਰਚਲਿਤ ਪਾਠ ਹੈ ਕੱਚ ਨਿਕੱਚ। ਪਰ ਸ਼ੁੱਧ ਪਾਠ ਜਿਹੜਾ ਹੈ ਪੁਰਾਤਨ ਤੌਰ ਤੋਂ ਚੱਲਿਆ ਆਉਂਦਾ, ਉਹ ਕੱਚਨ ਕੱਚ ਹੈ। ਕੱਚਨ ਕੱਚ ਤੋਂ ਭਾਵ ਕੱਚਿਆਂ ਤੋਂ ਵੀ ਕੱਚੇ। ਸੋ ਇਹ ਕੱਚਨ ਕੱਚ ਪਾਠ ਸ਼ੁੱਧ ਜਾਣਨਾ। ਪਾਦਸ਼ੇਦ ਵਾਲਿਆਂ ਨੇ ਪਹਿਲੇ ਚੱਚੇ ਦੀ ਔਂਕੜ ਨੂੰ ਵੇਖ ਕੇ ਉਹ ਨਿਯਮ ਰੱਖਦਿਆਂ ਹੋਇਆਂ ਨਿਕੱਚ ਪਾਠ ਵੱਖਰਾ ਕਰ ਦਿੱਤਾ। ਪਰ ਕੱਚਨ ਕੱਚ, ਕੱਚਿਆਂ ਨਾਲੋਂ ਵੀ ਕੱਚੇ, ਇਉਂ ਇਹ ਪਾਠ ਸ਼ੁੱਧ ਹੈ ਜੀ। ਮਹੱਲਾ ਪਹਿਲਾ। ਵੱਡੀ ਵਡਿਆਈ ਜਾ ਵੱਡਾ ਨਾਉ। ਵੱਡੀ ਵਡਿਆਈ ਜਾ ਸੱਚ ਨਿਆਉ। ਵੱਡੀ ਵਡਿਆਈ ਜਾ ਨਿਹਚਲ ਥਾਉ। ਵੱਡੀ ਵਡਿਆਈ ਜਾਣੈ ਆਲਾਉ। ਵੱਡੀ ਵਡਿਆਈ ਬੁੱਝੈ ਸਭ ਭਾਉ। ਵੱਡੀ ਵਡਿਆਈ ਜਾ ਪੁੱਛ ਨਾ ਦਾਤ। ਵੱਡੀ ਵਡਿਆਈ ਜਾ ਆਪੇ ਆਪ। ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬ ਰਜਾਏ। ਮਹੱਲਾ ਦੂਜਾ। ਇਹੋ ਜਗ ਸੱਚਾ ਕੀ ਹੈ ਕੋਠੜੀ। ਸੱਚੇ ਕਾ ਵਿੱਚ ਵਾਸ, ਇਕਨਾ ਹੁਕਮ ਸਮਾਏ ਲਏ। ਇਕਨਾ ਹੁਕਮੇ ਕਰੇ ਵਿਨਾਸ਼, ਇਕਨਾ ਭਾਣੈ ਕੱਢ ਲਏ। ਇਕਨਾ ਮਾਇਆ ਵਿੱਚ ਨਿਵਾਸ, ਏਵ ਭੇ ਆਖ ਨਾ ਜਾਪਈ। ਜੇ ਕਿਸੈ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕਉ ਆਪ ਕਰੇ ਪ੍ਰਗਾਸ। ਪੌੜੀ। ਨਾਨਕ ਜੀਅ ਉਪਾਇ ਕੈ, ਲਿਖ ਨਾਵੈ ਧਰਮ ਬਹਾਲਿਆ। ਓਥੈ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਤੇਰੈ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਸਲੋਕ ਮਹੱਲਾ ਪਹਿਲਾ। ਵਿਸਮਾਦ ਨਾਦ, ਵਿਸਮਾਦ ਵੇਦ। ਵਿਸਮਾਦ ਜੀ, ਵਿਸਮਾਦ ਭੇਦ। ਵਿਸਮਾਦ ਰੂਪ, ਵਿਸਮਾਦ ਰੰਗ। ਵਿਸਮਾਦ ਨਾਂਗੇ ਫਿਰਹਿ ਜੰਤ। ਵਿਸਮਾਦ ਪੌਣ, ਵਿਸਮਾਦ ਪਾਣੀ। ਵਿਸਮਾਦ ਅਗਨੀ ਖੇਡਹਿ ਵਿਡਾਣੀ। ਵਿਸਮਾਦ ਧਰਤੀ, ਵਿਸਮਾਦ ਖਾਣੀ। ਵਿਸਮਾਦ ਸਾਧ ਲਗਹਿ ਪ੍ਰਾਣੀ। ਵਿਸਮਾਦ ਸੰਜੋਗ, ਵਿਸਮਾਦ ਵਿਜੋਗ। ਵਿਸਮਾਦ ਭੁਖ, ਵਿਸਮਾਦ ਭੋਗ। ਵਿਸਮਾਦ ਸਿਫਤ, ਵਿਸਮਾਦ ਸਾਲਾਹ। ਵਿਸਮਾਦ ਉੱਜੜ, ਉੱਜੜ, ਵਿਸਮਾਦ ਉੱਜੜ। ਵਿਸਮਾਦ ਉੱਜੜ। ਵਿਸਮਾਦ ਰਾਹ। ਵਿਸਮਾਦ ਨੇੜੈ, ਵਿਸਮਾਦ ਦੂਰ। ਵਿਸਮਾਦ ਦੇਖੈ ਹਾਜ਼ਰਾ ਹਜੂਰ। ਵੇਖ ਵਿਡਾਣ ਰਹਿਆ ਵਿਸਮਾਦ, ਨਾਨਕ ਬੂਝਣ ਪੂਰੈ ਭਾਗ। ਮਹੱਲਾ ਪਹਿਲਾ। ਬੁੱਝਣ
ਨਾਨਕ ਬੁੱਝਣ ਪੂਰੈ ਭਾਗ। ਮਹੱਲਾ ਪਹਿਲਾ। ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ। ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਕੁਦਰਤ ਨੇਕੀਆ ਕੁਦਰਤ ਬਦੀਆ, ਕੁਦਰਤ ਮਾਨ ਅਭਿਮਾਨ। ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮੈ ਅੰਦਰ ਵੇਖੈ, ਵਰਤੈ ਤਾਕੋ ਤਾਕ। ਪੌੜੀ। ਆਪੀ ਨੈ ਭੋਗ ਭੋਗ ਕੈ, ਹੋਏ ਭਸ ਮੜ ਭੌਰ ਸਿਧਾਇਆ। ਸਾਧ ਸੰਗਤ ਜੀ, ਹੋਏ ਭਸ ਮੜ ਭੌਰ ਸਿਧਾਇਆ। ਆਮ ਤੌਰ 'ਤੇ ਸਾਰਿਆਂ ਦੀ ਰਸਨਾ 'ਤੇ ਭਸਮੜ ਇਹ ਪਾਠ ਚੜ੍ਹਿਆ ਹੁੰਦਾ ਹੈ। ਇਵੇਂ ਹੀ ਆਪਾਂ ਸੁਣਦੇ ਆ ਰਹੇ ਹਾਂ, ਹੋਏ ਭਸਮੜ ਭੌਰ ਸਿਧਾਇਆ। ਪਰ ਭਸਮੜ ਪਾਠ ਨਹੀਂ ਹੈ, ਭਸ ਵੱਖਰਾ ਹੈ, ਮੜ ਵੱਖਰਾ ਹੈ। ਹੋਏ ਭਸ ਮੜ ਭੌਰ ਸਿਧਾਇਆ। ਇਹ ਜਿਹੜਾ ਮੜਾ ਭਾਵ ਸਰੀਰ ਹੈ, ਇਹ ਭਸਮ ਹੋ ਜਾਂਦਾ ਹੈ, ਤੇ ਜੀਵ ਆਤਮਾ ਰੂਪੀ ਭੌਰ ਜਿਹੜਾ ਹੈ ਉਹ ਇਹਦੇ ਵਿੱਚੋਂ ਉਡਾਰੀ ਮਾਰ ਕੇ ਚਲਾ ਗਿਆ। ਇਉਂ ਇਹ ਭਸ ਮੜ ਵੱਖਰਾ ਵੱਖਰਾ ਪਾਠ ਕਰਨਾ ਜੀ। ਹਾਂਜੀ। ਆਪੀ ਨੈ ਭੋਗ ਭੋਗ ਕੈ, ਹੋਏ ਭਸ ਮੜ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ, ਗਲ ਸੰਗਲ ਘਤ ਚਲਾਇਆ। ਅੱਗੇ ਕਰਣੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਉ ਦੀ, ਹੁਣ ਸੁਣੀਐ ਕਿਆ ਰੂ ਆਇਆ। ਮਨ ਅੰਧੈ ਜਨਮ ਗਵਾਇਆ। ਸਲੋਕ ਮਹੱਲਾ ਪਹਿਲਾ। ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚਲਹਿ ਲਖ ਦਰਿਆਉ। ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਭੈ ਵਿੱਚ ਆਡਾਣੇ ਆਕਾਸ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵਹਿ ਜਾਵਹਿ ਪੂਰ। ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਮਹੱਲਾ ਪਹਿਲਾ। ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ RAM ਰਵਾਲ। ਕੇਤੀਆ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਕੇਤੀਆ ਕੰਨ ਕਹਾਣੀਆਂ। ਕੰਨ ਤੋਂ ਭਾਵ ਹੈ ਕਾਨ। ਇੱਥੇ ਕੰਨ ਪੋਲਾ ਨਹੀਂ ਬੋਲਣਾ। ਕੇਤੀਆ ਕੰਨ ਕਹਾਣੀਆਂ, ਜਿਵੇਂ ਗੁਰਮੁਖਾਂ ਨੇ ਉਚਾਰਨ ਕੀਤਾ ਹੈ ਜੀ। ਹਾਂਜੀ। ਕੇਤੀਆ ਕੰਨ ਕਹਾਣੀਆਂ, ਕੇਤੇ ਵੇਦ ਵਿਚਾਰ। ਕੇਤੇ ਨਚਹਿ ਮੰਗਤੇ, ਗਿੜ ਮੁੜ ਪੂਰ ਹੈ ਤਾਲ। ਕੇਤੇ ਨਚਹਿ ਮੰਗਤੇ, ਗਿੜ ਮੁੜ ਪੂਰ ਹੈ ਤਾਲ। ਬਾਜਾਰੀ ਬਾਜਾਰ ਮਹਿ, ਆਏ ਕੱਢਹਿ ਬਾਜਾਰ। ਗਾਵਹਿ ਰਾਜੇ ਰਾਣੀਆ, ਬੋਲਹਿ ਆਲ ਪਤਾਲ। ਲੱਖ ਟਕਿਆ ਕੇ ਮੁੰਦੜੇ, ਲੱਖ ਟਕਿਆ ਕੇ ਹਾਰ। ਜੇਤ ਤਨ ਪਾਈਐ ਨਾਨਕਾ, ਸੇ ਤਨ ਹੋਵਹਿ ਛਾਰ। ਗਿਆਨ ਨ ਗੱਲੀ ਢੂਡੀਐ, ਕਥਨਾ ਕਰੜਾ ਸਾਰ। ਕਰਮ ਮਿਲੈ ਤਾ ਪਾਈਐ, ਹੋਰ ਹਿਕਮਤ ਹੁਕਮ ਖੁਆਰ। ਪੌੜੀ। ਨਦਰ ਕਰਹਿ ਜੇ ਆਪਣੀ, ਤਾ ਨਦਰੀ ਸਤਿਗੁਰ ਪਾਇਆ। ਇਹੋ ਜੀਉ ਬਹੁਤੇ ਜਨਮ ਭਰਮਿਆ, ਤਾ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵਡ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਬਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨੀ ਵਿੱਚ ਹੋ ਆਪ ਗਵਾਇਆ। ਜਿਨ ਸਚੋ ਸੱਚ ਬੁਝਾਇਆ। ਸਲੋਕ ਮਹੱਲਾ ਪਹਿਲਾ। ਘੜੀਆ ਸਭੇ ਗੋਪੀਆ, ਪਹਿਰ ਕੰਨ ਗੋਪਾਲ। ਗਹਿਣੇ ਪਾਉਣ ਪਾਣੀ ਬਹਿ ਸੰਤਰ, ਚੰਦ ਸੂਰਜ ਅਵਤਾਰ। ਇੱਥੇ ਵੀ ਕੰਨ ਪਾਠ ਜਿਹੜਾ ਕੱਸ ਕੇ ਹੀ ਆਵੇਗਾ, ਪਹਿਰ ਕੰਨ ਗੋਪਾਲ। ਹਾਂਜੀ।
ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ। ਨਾਨਕ ਮੁਸੈ ਗਿਆਨ ਵਿਹੂਣੀ, ਨਾਨਕ ਮੁਸੈ ਗਿਆਨ ਵਿਹੂਣੀ। ਖਾਏ ਗਿਆ ਜਾਮ ਕਾਲ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਇਹ ਮਹਾਰਾਜ ਜੀ ਰਾਸ ਲੀਲਾ ਦਾ ਜ਼ਿਕਰ ਕਰ ਰਹੇ ਹੈ। ਜਿਹੜੀ ਰਾਸ ਲੀਲਾ ਕੀਤੀ ਜਾਂਦੀ ਹੈ ਨਾ, ਕ੍ਰਿਸ਼ਨ ਲੀਲਾ, ਉਹਦਾ ਮਹਾਰਾਜ ਸੂਖਮ ਭਾਵ ਵੀ ਦੱਸ ਰਿਹਾ ਹੈ, ਅਤੇ ਜੋ ਸੰਸਾਰ ਦੇ ਵਿੱਚ ਵਰਤਾਰਾ ਪਖੰਡ ਦਾ ਵਰਤ ਰਿਹਾ ਉਹਦਾ ਵੀ ਮਹਾਰਾਜ ਇੱਥੇ ਜ਼ਿਕਰ ਕਰ ਰਹੇ ਹੈ। ਹਾਂਜੀ, ਚਲੋ ਜੀ। ਵਾਇਨ ਚੇਲੇ ਨੱਚਨ ਗੁਰ, ਪੈਰ ਹਲਾਇਨ ਫੇਰਨ ਸਿਰ। ਉੱਡ ਉੱਡ ਰਾਵਾ ਝਾਟੈ ਪਾਏ, ਵੇਖੈ ਲੋਕ ਹਸੈ ਘਰ ਜਾਏ। ਰੋਟੀਆ ਕਾਰਣ ਪੂਰ ਹੈ ਤਾਲ, ਆਪ ਪਛਾੜ ਹੈ ਧਰਤੀ ਨਾਲ। ਗਾਵਨ ਗੋਪੀਆ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ। ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ। ਸੇਵਕ ਸੇਵ ਹੈ ਕਰਮ ਚੜਾਓ, ਭਿੰਨੀ ਰੈਣ ਜਿਨਾ ਮਨ ਚਾਓ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲਗਾਏ ਪਾਰ। ਕੋਲੂ ਚਰਖਾ ਚੱਕੀ ਚੱਕ, ਥਾਲ ਵਾਹ ਰੋਲੇ ਬਹੁਤ ਅਨੰਤ। ਲਾਟੂ ਮਾਧਾਣੀਆਂ ਅਨਗਾਹ, ਪੰਖੀ ਭਉਦੀਆ ਲੈਨ ਨਾ ਸਾਹ। ਸੂਐ ਝਾੜ ਭਵਾਈਐ ਜੰਤ, ਨਾਨਕ ਭਉਦਿਆ ਗਣਤ ਨਾ ਅੰਤ। ਬੰਧਨ ਬੰਧ ਭਵਾਏ ਸੋਏ, ਪਇਐ ਕਿਰਤ ਨਚੈ ਸਭ ਕੋਏ। ਨਚ ਨਚ ਹਸਹਿ ਚਲਹਿ ਸੇ ਰੋਏ, ਉੱਡ ਨਾ ਜਾਹੀ ਸਿੱਧ ਨਾ ਹੋਹੇ। ਨੱਚਣ ਕੁੱਦਣ ਮਨ ਕਾ ਚਾਉ, ਨਾਨਕ ਜਿਨ ਮਨ ਭਉ ਤਿਨਾ ਮਨ ਭਾਉ। ਪੌੜੀ। ਨਾਉ ਤੇਰਾ ਨਿਰੰਕਾਰ ਹੈ, ਨਾਏ ਲਇਐ ਨਰਕ ਨਾ ਜਾਈਐ। ਜੀਉ ਪਿੰਡ ਸਭ ਤਿਸ ਦਾ, ਦੇ ਖਾਜੈ ਆਖ ਗਵਾਈਐ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨਹੁ ਨੀਚ ਸਦਾਈਐ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਦੀ ਆਈਐ। ਕੋ ਰਹਿ ਨਾ ਭਰੀਐ ਪਾਈਐ। ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਫਤ ਸਰੀਅਤ, ਪੜ੍ਹ ਪੜ੍ਹ ਕਰਹਿ ਵਿਚਾਰ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵ ਹੈ ਅਰਚਾ ਪੂਜਾ, ਅਗਰਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤਿਆ ਮਾਨ ਸੰਤੋਖ ਉਪਜੈ, ਦੇਣੈ ਕੈ ਵਿਚਾਰ। ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰ। ਚੋਰਾ ਜਾਰਾ ਤੈ ਕੂੜਿਆਰਾ, ਖਾ ਬਾ ਵੇਕਾਰ। ਇਕ ਹੋਦਾ ਖਾਏ ਚਲਹਿ ਐ ਥਾਉ, ਤਿਨਾ ਭੇ ਕਾਈ ਕਾਰ। ਜਲ ਥਲ ਜੀਆ ਪੁਰੀਆ ਲੋਆ, ਆਕਾਰਾ ਆਕਾਰ। ਓਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ, ਤਿਨਾ ਭੇ ਤੇਰੀ ਸਾਰ। ਨਾਨਕ ਭਗਤਾਂ ਭੁਖ ਸਾਰਾਹਣ, ਸਚ ਨਾਮ ਆਧਾਰ। ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਪਾਸ਼ਾਰ ਵੱਖਰਾ ਵੱਖਰਾ ਪਾਠ ਹੈ ਦੋਵਾਂ ਅੱਖਰਾਂ ਦਾ, ਪਾਸ਼ਾਰ ਇਕੱਠਾ ਨਹੀਂ। ਗੁਣਵੰਤਿਆ ਪਾਸ਼ਾਰ। ਜਿਹੜੇ ਸ਼ੁਭ ਗੁਣਾਂ ਦੇ ਧਾਰਨੀ ਗੁਰਮੁਖ ਜਨ ਹਨ, ਅਸੀਂ ਉਹਨਾਂ ਦੇ ਪਾ ਕਹਿੰਦੇ ਨੇ ਚਰਨਾਂ ਨੂੰ, ਸ਼ਾਰ ਕਹਿੰਦੇ ਨੇ ਧੂੜ ਨੂੰ। ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਗੁਣਵੰਤਿਆ ਪਾਸ਼ਾਰ। ਹਾਂਜੀ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਘੁਮਿਆਰ। ਸਾਧ ਸੰਗਤ ਜੀ, ਜੋ ਸ੍ਰੀ ਆਸਾ ਜੀ ਦੀ ਵਾਰ ਦੀਆਂ ਪਹਿਲੀਆਂ 9 ਪੌੜੀਆਂ ਔਰ ਸ਼ਲੋਕ ਹਨ, ਸੰਪਰਦਾਇ ਗਿਆਨੀ ਸਿੰਘ ਦੱਸਦੇ ਹਨ ਕਿ ਇਹ ਸੇਖ ਬ੍ਰਹਮ ਜੋ ਬਾਬਾ ਫਰੀਦ ਜੀ ਮਹਾਰਾਜ ਦੀ ਥਾਂ 'ਤੇ ਪਾਕਪਟਨ ਨਗਰ ਵਿੱਚ ਰਹਿੰਦੇ ਸਨ, ਉਹਨਾਂ ਪ੍ਰਥਾਏ ਗੁਰੂ ਸਾਹਿਬ ਜੀ ਦੇ ਬਹੁਤ ਸਾਰੇ ਬਚਨ ਹੋਏ ਹਨ। 15 ਪੌੜੀਆਂ ਦੇ ਅਗਲੇ ਸ਼ਲੋਕ ਜਿਹੜੇ ਹਨ ਹੋਰ ਵੱਖੋ ਵੱਖ ਸਥਾਨਾਂ 'ਤੇ ਉਚਾਰਨ ਹੋਏ ਨੇ। ਹਿੰਦੂ ਮਤ ਅਤੇ ਇਸਲਾਮ ਦੇ ਬਹੁਤ ਸਾਰੇ ਮਸਲਿਆਂ 'ਤੇ ਸੇਖ ਬ੍ਰਹਮ ਨੇ ਗੁਰੂ ਸਾਹਿਬ ਜੀ ਤੋਂ ਸਵਾਲ ਪੁੱਛੇ ਸਨ।
ਇੱਕ ਉਹਨੇ ਸਵਾਲ ਇਹ ਪੁੱਛਿਆ ਸੀ ਕਿ ਸਾਡੇ ਮਤ ਵਿੱਚ ਮੁਰਦੇ ਨੂੰ ਕਬਰਾਂ ਵਿੱਚ ਦੱਬਦੇ ਹਨ, ਜਿੰਨਾ ਚਿਰ ਕਿਆਮਤ ਨਹੀਂ ਆਉਂਦੀ ਉਹਨਾਂ ਚਿਰ ਮੁਰਦਾ ਕਬਰ ਵਿੱਚ ਪਿਆ ਰਹੇਗਾ, ਉਸ ਨੂੰ ਬਰਜ਼ਖ ਕਹਿੰਦੇ ਹਨ। ਬਰਜ਼ਖ ਦੇ ਸਮੇਂ ਵਿੱਚ ਮੁਰਦੇ ਨੂੰ, ਜੇ ਉਹ ਇਸਲਾਮ ਨੂੰ ਮੰਨਣ ਵਾਲਾ ਹੈ, ਬੜੀ ਸਹੂਲਤ ਰਹਿੰਦੀ ਹੈ, ਜੇ ਨਹੀਂ ਮੰਨਦਾ ਤਾਂ ਉਹਨੂੰ ਕਸ਼ਟ ਹੁੰਦਾ ਹੈ। ਜਿਸ ਦਿਨ ਕਿਆਮਤ ਆਉਂਦੀ ਹੈ ਉਸ ਦਿਨ ਅੱਲਾਹ ਤਾਲਾ ਮੁਰਦਿਆਂ ਨੂੰ ਜ਼ਿੰਦਾ ਕਰਕੇ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਦਿੰਦਾ ਹੈ, ਨਰਕਾਂ 'ਚ ਭੇਜਦਾ ਜਾਂ ਸਵਰਗਾਂ 'ਚ। ਚੰਗੇ ਕਰਮਾਂ ਵਾਲਿਆਂ ਨੂੰ ਸਵਰਗਾਂ 'ਚ, ਮਾੜੇ ਨਰਕਾਂ 'ਚ ਭੇਜ ਦਿੰਦਾ, ਦੋਜ਼ਖ ਵਿੱਚ ਭੇਜ ਦਿੰਦਾ। ਇਸ ਲਈ ਹਰ ਬੰਦੇ ਨੂੰ ਆਪਣੀ ਬਾਡੀ ਸਾਂਭ ਕੇ ਰੱਖਣੀ ਚਾਹੀਦੀ ਹੈ ਕਿਆਮਤ ਦੇ ਦਿਨ ਤੱਕ। ਅਤੇ ਉਹ ਬਾਡੀ ਜਿਹੜੀ ਹੈ, ਉਹਦਾ ਮ੍ਰਿਤਕ ਸਰੀਰ ਹੈ, ਉਹ ਕਬਰ ਵਿੱਚ ਸਾਂਭ ਦਿੰਦੇ ਹਾਂ ਤਾਂ ਕਿ ਅੱਲਾਹ ਤਾਲਾ ਨੂੰ ਫਲ ਦੇਣ ਲੱਗਿਆਂ ਉਹਦੇ ਸਰੀਰ ਦੇ ਅੰਗ ਵੱਖੋ ਵੱਖ ਥਾਵਾਂ ਤੋਂ ਇਕੱਠੇ ਨਾ ਕਰਨੇ ਪੈਣ। ਅਤੇ ਤੁਸੀਂ ਲੋਕ ਸਾੜ ਦਿੰਦੇ ਹੋ, ਸੰਸਕਾਰ ਕਰ ਦਿੰਦੇ ਹੋ, ਉਹਦੇ ਕਰਕੇ ਅੱਲਾਹ ਨੂੰ ਕਿਆਮਤ ਵਾਲੇ ਦਿਨ ਬੜੀ ਤੰਗੀ ਆਵੇਗੀ ਕਿ ਉਹ ਸਾਰਿਆਂ ਦੇ ਸਰੀਰ ਇਕੱਠੇ ਕਰਦਾ ਫਿਰੇਗਾ, ਕਿਤੋਂ ਨਾੜਾਂ ਲਿਆਏਗਾ, ਕਿਤੋਂ ਹੱਡੀਆਂ ਲਿਆਏਗਾ, ਕਿਤੋਂ ਖੋਪਰੀ ਲਿਆਏਗਾ, ਫਿਰ ਉਹ ਬੰਦੇ ਨੂੰ ਜੋੜੇਗਾ, ਫਿਰ ਠੀਕ ਕਰੇਗਾ ਅਤੇ ਫਿਰ ਉਹਨੂੰ ਨਰਕਾਂ ਸੁਰਗਾਂ 'ਚ ਭੇਜੇਗਾ। ਸਤਿਗੁਰੂ ਕਹਿਣ ਲੱਗੇ, ਮੀਆਂ ਜੀ ਕਿਹੜੇ ਭੁਲੇਖੇ 'ਚ ਪਏ ਹੋਏ ਹੋ? ਤੁਸੀਂ ਕਹਿੰਦੇ ਹੋ ਉਹ ਕਿਆਮਤ ਦੇ ਦਿਨ ਤੱਕ ਮੁਰਦਾ ਕਬਰ 'ਚ ਪਿਆ ਰਹੇਗਾ। ਉਹਦੇ ਤਾਂ ਪਿਆ ਰਹੇਗਾ ਨਾ ਜੇ ਉਹ ਕਬਰ ਦੇ ਵਿੱਚ ਗਲ ਸੜ ਨਹੀਂ ਜਾਏਗਾ। ਕਬਰ ਦੇ ਵਿੱਚ ਹੀ ਗਲ ਸੜ ਜਾਂਦਾ ਅਤੇ 150 ਸਾਲ ਬਾਅਦ ਉਹਦੀ ਜਿਹੜੀ ਕਬਰਾਂ ਦੀ ਮਿੱਟੀ, ਚੀਕਣੀ ਮਿੱਟੀ ਹੁੰਦੀ ਹੈ, ਉਹ ਘੁਮਿਆਰਾਂ ਦੀ ਨਿਗਾਹ ਚੜ੍ਹ ਜਾਂਦੀ ਹੈ। ਤੁਸੀਂ ਕਹਿੰਦੇ ਹੋ ਅਸੀਂ ਸੜਨ ਨਹੀਂ ਦੇਣਾ, ਉਹ ਤਾਂ ਥੋੜ੍ਹੇ ਦਿਨਾਂ ਬਾਅਦ ਘੁਮਿਆਰ ਆਪੇ ਹੀ ਸਾੜ ਦਿੰਦਾ ਹੈ ਜਾ ਕੇ। ਜਦੋਂ ਇੱਟਾਂ ਬਣਾ ਕੇ, ਭਾਂਡੇ ਬਣਾ ਕੇ ਆਵੇ ਦੇ ਵਿੱਚ ਪਾ ਕੇ ਪਕਾਉਂਦਾ ਹੈ, ਉਸ ਵੇਲੇ ਜਲ ਕੇ, ਸੜ ਕੇ ਪੁਕਾਰਾਂ ਕਰਦੀ ਹੈ। ਸੋ ਇਸ ਸ਼ਲੋਕ ਵਿੱਚ ਮਹਾਰਾਜ ਨੇ ਇਹ ਇਸ਼ਾਰਾ ਦਿੱਤਾ ਹੈ। ਅਤੇ ਬਾਬਾ ਰਾਮ ਰਾਏ ਜੀ ਇਸੇ ਪੰਕਤੀ 'ਤੇ ਆ ਕੇ ਅੜ ਗਏ ਸਨ ਜਦੋਂ ਅਕਬਰ ਬਾਦਸ਼ਾਹ ਔਰੰਗਜ਼ੇਬ ਨੇ ਇਹ ਸਵਾਲ ਕਰ ਦਿੱਤਾ ਸੀ ਕਿ ਗੁਰੂ ਸਾਹਿਬ ਨੇ ਇਸਲਾਮ ਦਾ ਇੱਥੇ ਖੰਡਨ ਕੀਤਾ ਹੈ। ਬਾਬਾ ਜੀ ਉੱਥੇ ਪੰਕਤੀ ਬਦਲ ਗਏ, ਤਾਂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਗੁਰੂ ਘਰ ਤੋਂ ਬੇਦਖਲ ਕਰ ਦਿੱਤਾ। ਪਰ ਮਹਾਰਾਜ ਨੇ ਇਹ ਵੀ ਕਿਹਾ ਸੀ ਵੀ ਇਹ ਤਾਂ ਸੌਖਾ ਜਿਹਾ ਹੀ ਕੰਮ ਸੀ, ਬਾਦਸ਼ਾਹ ਨੂੰ ਦਿਖਾ ਵੀ ਦਿੰਦੇ, ਇਹ ਤਾਂ ਪ੍ਰਤੱਖ ਹੀ ਹੈ, ਕੋਈ ਇਹਦੇ ਵਿੱਚ ਮਹਾਰਾਜ ਨੇ ਅਤਕਥਨੀ ਨਹੀਂ ਕੀਤੀ ਹੋਈ, ਉਹ ਭਰਮ ਕੱਢਿਆ ਹੋਇਆ ਲੋਕਾਂ ਦਾ। ਸੋ ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਭਰਮ ਭੁਲੇਖਿਆਂ ਤੋਂ ਸਾਨੂੰ, ਆਸਾ ਜੀ ਦੀ ਵਾਰ ਸਾਰੇ ਹੀ ਭਰਮ ਕੱਢ ਦਿੰਦੀ। ਹਿੰਦੂ ਮਤ ਵਿੱਚ ਵੀ ਕੋਈ ਭਰਮ ਭੁਲੇਖਾ ਹੋਵੇ, ਭਾਵੇਂ ਮੁਸਲਮਾਨਾਂ ਵਿੱਚ ਹੋਵੇ, ਭਾਵੇਂ ਸਾਡੇ ਸਿੱਖਾਂ ਵਿੱਚ ਵੀ ਹੋਵੇ, ਮਹਾਰਾਜ ਦੀ ਇਹ ਬਾਣੀ ਪੜ੍ਹ ਲਓ ਪੂਰੇ ਧਿਆਨ ਨਾਲ, ਸਾਡੇ ਮਨ ਦਾ ਕੋਈ ਭੁਲੇਖਾ ਭਰਮ ਨਹੀਂ ਰਹਿਣ ਦਿੰਦੀ। ਵਹਿਮਾਂ ਭਰਮਾਂ ਤੋਂ ਇਹ ਬਾਣੀ ਸਾਨੂੰ ਬਾਹਰ ਕੱਢਦੀ ਹੈ। ਹਾਂਜੀ। ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ, ਘੜ ਭਾਂਡੇ ਇੱਟਾ ਕੀਆ, ਜਲਦੀ ਕਰੇ ਪੁਕਾਰ। ਜਲ ਜਲ ਰੋਵੈ ਬਪੜੀ, ਝੜ ਝੜ ਪਵਹਿ ਅੰਗਿਆਰ। ਨਾਨਕ ਜਿਨ ਕਰਤੈ ਕਾਰਣ ਕੀਆ, ਸੋ ਜਾਣੈ ਕਰਤਾਰ। ਪੌੜੀ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰਖਿਓ ਨ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚ ਹੋ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਜਗ ਜੀਵਨ ਦਾਤਾ ਪਾਇਆ।